ਨੈਕਸਟ ਲੈਕ ਆਫ ਸਿਸਟਮ ਫॉर ਫਿਊਚਰ ਪੇਮੈਂਟਸ। ਦੇਖੋ ਉਸ ਟਾਈਮ ਤੇ ਆਪਾਂ ਜਦੋਂ ਬਾਰਟਰ ਸਿਸਟਮ ਸੀਗਾ ਤਾਂ ਫਿਊਚਰ ਪੇਮੈਂਟਸ ਵੀ ਨਹੀਂ ਕਰ ਸਕਦੇ ਸੀ, ਮੀਨਸ ਭਵਿੱਖ ਦੇ ਵਿੱਚ ਵੀ ਭੁਗਤਾਨ ਨਹੀਂ ਕਰ ਸਕਦੇ ਸੀ। ਫਿਊਚਰ ਪੇਮੈਂਟਸ ਆਰ ਦੋਜ਼ ਪੇਮੈਂਟਸ ਵਿਚ ਆਰ ਨਾਟ ਮੇਡ ਇਮੀਡੀਏਟਲੀ ਬਟ ਆਰ ਮੇਡ ਐਟ ਸਮ ਫਿਊਚਰ ਟਾਈਮ। ਦੇਖੋ ਫਿਊਚਰ ਪੇਮੈਂਟਸ ਕੀ ਸੀਗੀਆਂ? ਫਿਊਚਰ ਪੇਮੈਂਟਸ ਉਹ ਪੇਮੈਂਟਸ ਨੇ ਜਿਨ੍ਹਾਂ ਨੂੰ ਅਸੀਂ ਐਟ ਅ ਟਾਈਮ ਪੇ ਨਾ ਕਰਕੇ ਫਿਊਚਰ ਦੇ ਵਿੱਚ ਪੇ ਕਰਦੇ ਹਾਂ। For example, the contracts regarding payments of interest, wage, rent, etc. are known as deferred payments। देखो जिदा ਵਿਆਜ है, किराया है, ठीक है, ਜਾਂ ਕਿਸੇ ਦੀ ਮਜ਼ਦੂਰੀ ਹੈ, ਇਹਨਾਂ ਨੂੰ ਅਸੀਂ ਡੈਫਰਡ ਪੇਮੈਂਟਸ ਕਹਿ ਦਿੰਦੇ ਹਾਂ। ਦੇਖੋ ਜੇ ਕੋਈ ਅੱਜ ਕੱਲ੍ਹ ਕੋਈ ਕੰਮ ਕਰਦਾ, ਕੋਈ ਲੇਬਰ ਜੋਬ ਕਰਦਾ ਤਾਂ ਉਹਨੂੰ ਮੰਥਲੀ ਸੈਲਰੀ ਦਿੱਤੀ ਜਾਂਦੀ ਹੈ ਜਾਂ ਵੀਕਲੀ ਸੈਲਰੀ ਦਿੱਤੀ ਜਾਂਦੀ ਹੈ, ਤਾਂ ਐਟ ਅ ਟਾਈਮ ਨਹੀਂ, ਜੇ ਅੱਜ ਉਹਨੇ ਕੰਮ ਕਰ ਲਿਆ ਤਾਂ ਅੱਜ ਹੀ ਨਹੀਂ ਪੇ ਕੀਤਾ ਜਾਂਦਾ, ਉਹਨੂੰ ਮੰਥਲੀ ਜਾਂ ਵੀਕਲੀ ਪੇ ਕੀਤਾ ਜਾਂਦਾ, ਜਿਹਦੇ ਕਰਕੇ ਉਹਨੂੰ ਫਿਊਚਰ ਦੇ ਵਿੱਚ ਪੇ ਦਿੱਤੀ ਜਾਂਦੀ ਹੈ। ਅਤੇ ਇਸ ਤਰੀਕੇ ਨਾਲ ਜੋ ਇੱਦਾਂ ਦੇ ਭੁਗਤਾਨ ਹੁੰਦੇ ਨੇ ਉਹਨਾਂ ਨੂੰ ਡੈਫਰਡ ਪੇਮੈਂਟਸ ਕਿਹਾ ਜਾਂਦਾ, ਫਿਊਚਰ ਪੇਮੈਂਟਸ ਕਿਹਾ ਜਾਂਦਾ। ਫਿਊਚਰ ਪੇਮੈਂਟਸ ਨੋਨ ਐਜ਼ ਡੈਫਰਡ ਪੇਮੈਂਟਸ, ਇਹਨਾਂ ਨੂੰ ਡੈਫਰਡ ਪੇਮੈਂਟਸ ਵੀ ਕਿਹਾ ਜਾਂਦਾ ਹੈ। ਤਾਂ ਜਦੋਂ ਬਾਰਟਰ ਸਿਸਟਮ ਸੀ ਤਾਂ ਇਹ ਨਹੀਂ ਅਪਲਾਈ ਕੀਤਾ ਜਾ ਸਕਦਾ ਸੀ, ਅਸੀਂ ਫਿਊਚਰ ਦੇ ਵਿੱਚ ਪੇਮੈਂਟ ਨਹੀਂ ਕਰ ਸਕਦੇ। ਜਿੱਦਾਂ ਅੱਜ ਕੱਲ੍ਹ ਅਸੀਂ ਇੰਸਟਾਲਮੈਂਟਸ 'ਤੇ ਚੀਜ਼ ਲੈ ਲੈਂਦੇ ਹਾਂ ਕਿ ਇੱਕ ਚੀਜ਼ ਆਪਾਂ ਖਰੀਦ ਲਈ, ਉਹਨੂੰ ਆਪਣੇ ਘਰ ਲੈ ਆਂਦਾ, ਬਟ ਉਹਦੀ ਮੰਥਲੀ ਇੰਸਟਾਲਮੈਂਟ ਦੇਈ ਜਾਂਦੇ ਹਾਂ, ਅਤੇ ਜਦੋਂ ਇੰਸਟਾਲਮੈਂਟ ਪੂਰੀਆਂ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਉਹ ਗੁੱਡ ਆਪਣੀ ਹੋ ਜਾਂਦੀ ਹੈ। ਬਟ ਪੁਰਾਣੇ ਟਾਈਮ ਦੇ ਵਿੱਚ ਇੱਦਾਂ ਨਹੀਂ ਸੀ, ਜੋ ਚੀਜ਼ ਸਾਨੂੰ ਪ੍ਰੈਜ਼ੈਂਟ ਟਾਈਮ 'ਤੇ ਦੇ ਕੇ ਹੀ ਉਹਦੇ ਬਦਲੇ ਉਹ ਚੀਜ਼ ਲੈਣੀ ਪੈਂਦੀ ਸੀ ਜਦੋਂ ਬਾਰਟਰ ਸਿਸਟਮ ਸੀ। ਇਸ ਕਰਕੇ ਬਾਰਟਰ ਸਿਸਟਮ ਦੀ ਇੱਕ ਬਹੁਤ ਵੱਡੀ ਕਮੀ ਸੀ, ਜਿਹਦੇ ਕਰਕੇ ਸਾਨੂੰ ਇਹਨੂੰ ਬੰਦ ਕਰਨਾ ਪਿਆ। ਨੈਕਸਟ, ਡਿਫੀਕਲਟੀ ਆਫ ਸਟੋਰ ਆਫ ਵੈਲਥ। ਅਸੀਂ ਵੈਲਥ ਨੂੰ ਜਿੱਦਾਂ ਅੱਜ ਕੱਲ੍ਹ ਸਟੋਰ ਕਰਕੇ ਰੱਖ ਸਕਦੇ ਹਾਂ, ਸੇਵ ਕਰਕੇ ਰੱਖ ਸਕਦੇ ਹਾਂ, ਬਾਰਟਰ ਸਿਸਟਮ ਦੇ ਵਿੱਚ ਅਸੀਂ ਗੁੱਡਸ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ ਸੀ, ਕਿਉਂਕਿ ਉਸ ਟਾਈਮ 'ਤੇ ਬਹੁਤ ਜ਼ਿਆਦਾ ਫੈਸਿਲਿਟੀਜ਼ ਨਹੀਂ ਸੀਗੀਆਂ। ਅੰਡਰ ਬਾਰਟਰ ਸਿਸਟਮ ਵੈਲਥ ਵਿਲ ਬੀ ਸਟੋਰਡ ਇਨ ਦਾ ਫਾਰਮਸ ਆਫ ਗੁੱਡਸ ਐਂਡ ਐਨੀਮਲਸ। ਦੇਖੋ ਬਾਰਟਰ ਸਿਸਟਮ ਦੇ ਵਿੱਚ ਅਸੀਂ ਕਿਵੇਂ ਫਾਰਮ ਕਰ ਸਕਦੇ, ਕਿਸ ਤਰੀਕੇ ਨਾਲ ਸਟੋਰ ਕਰ ਸਕਦੇ ਸੀ ਗੁੱਡਸ ਨੂੰ? ਜਾਂ ਤਾਂ ਗੁੱਡਸ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜਾਂ ਐਨੀਮਲਸ ਦੀ ਫਾਰਮ ਦੇ ਵਿੱਚ। ਬਟ ਡਿਊ ਟੂ 4 ਕਾਜ਼ਜ਼ ਸਟੋਰਿੰਗ ਆਫ ਵੈਲਥ ਇਨ ਦੀਜ਼ ਫਾਰਮਸ ਵਿਲ ਨਾਟ ਬੀ ਪੋਸੀਬਲ। ਦੇਖੋ ਜਿਹੜੇ 4 ਕਾਰਨ ਨੇ, ਉਹਨਾਂ ਕਾਰਨਾਂ ਕਰਕੇ ਅਸੀਂ ਵੈਲਥ ਨੂੰ ਵਾਟਰ ਸਿਸਟਮ ਦੇ ਵਿੱਚ ਜੋ ਗੁੱਡਸ ਨੇ ਉਹਨਾਂ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ। ਬਾਰਟਰ ਸਿਸਟਮ ਦੇ ਵਿੱਚ ਅਸੀਂ ਜਦੋਂ ਓਲਡ ਟਾਈਮ ਸੀਗਾ ਤਾਂ ਇਹ ਚੀਜ਼ ਨਹੀਂ ਕਰ ਸਕਦੇ ਸੀ। ਫਸਟ ਕੀ ਹੈ, ਸਮ ਗੁੱਡਸ ਲਾਈਕ ਫੂਡ, ਗ੍ਰੇਨਸ, ਵੈਜੀਟੇਬਲਸ ਕੈਨ ਨਾਟ ਬੀ ਸਟੋਰ ਫॉर ਲੌਂਗ ਟਾਈਮ। ਦੇਖੋ ਉਸ ਟਾਈਮ 'ਤੇ ਇੰਨੀ ਜ਼ਿਆਦਾ ਆਪਣੀ ਕੋਈ ਫੈਸਿਲਿਟੀ ਨਹੀਂ ਸੀ ਜਿਸ ਤਰੀਕੇ ਨਾਲ ਅੱਜ ਕੱਲ੍ਹ ਅਸੀਂ ਵੈਜੀਟੇਬਲਸ ਵਗੈਰਾ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ, ਫਰੂਟਸ ਵਗੈਰਾ ਨੂੰ ਜਾਂ ਪੈਰੀਸ਼ੇਬਲ ਗੁੱਡਸ ਨੂੰ, ਜਿਹੜੀਆਂ ਨਾਸ਼ਵੰਤ ਵਸਤੂਆਂ ਨੇ, ਉਹ ਨਹੀਂ ਕਰ ਸਕਦੇ ਸੀ ਬਾਰਟਰ ਸਿਸਟਮ ਦੇ ਵਿੱਚ, ਕਿਉਂਕਿ ਉਸ ਟਾਈਮ 'ਤੇ ਸਾਡੇ ਕੋਲ ਬਹੁਤ ਜ਼ਿਆਦਾ ਗੋਡਾਊਨ ਵਗੈਰਾ ਜਾਂ ਇੱਦਾਂ ਦੇ ਰੈਫਰੀਜਰੇਟਰ ਨਹੀਂ ਸੀਗੇ, ਫਰੀਜ਼ਰ ਨਹੀਂ ਸੀ ਜਿਨ੍ਹਾਂ ਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਹੋਈਏ ਲੰਬੇ ਸਮੇਂ ਤੱਕ, ਜਿਹਦੇ ਕਰਕੇ ਬਾਰਟਰ ਸਿਸਟਮ ਦੇ ਵਿੱਚ ਇੱਕ ਬਹੁਤ ਵੱਡੀ ਡਰਾਬੈਕ ਹੈ। With the passage of time, kind and quality of many goods get deteriorated। ਦੇਖੋ ਜਿਵੇਂ ਜਿਵੇਂ ਸਮਾਂ ਨਿਕਲਦਾ ਜਾਂਦਾ ਸੀ, ਵਸਤੂ ਦੀ ਕੁਆਲਿਟੀ ਤੇ ਉਹਦੀ ਕਿਸਮ ਵੀ ਡਿਸਟਰੋਏ ਹੁੰਦੀ ਜਾਂਦੀ ਸੀ, ਉਹਦੀ ਕੁਆਲਿਟੀ ਵੀ ਘਟਦੀ ਜਾਂਦੀ ਸੀ। ਲਾਰਜ ਸਪੇਸ ਇਜ਼ ਨੀਡਡ ਟੂ ਸਟੋਰ ਗੁੱਡਸ ਐਂਡ ਟੂ ਕੀਪ ਕੈਟਲ। ਬਹੁਤ ਜ਼ਿਆਦਾ ਜਗ੍ਹਾ ਚਾਹੀਦੀ ਸੀ ਕਿਸੇ ਚੀਜ਼ ਨੂੰ ਸਟੋਰ ਕਰਨ ਦੇ ਲਈ ਜਾਂ ਐਨੀਮਲਸ ਨੂੰ ਰੱਖਣ ਦੇ ਲਈ। ਟੂ ਕੀਪ ਦਾ ਕੈਟਲ ਅਲਾਈਵ, ਐਕਸਪੈਂਸਿਸ ਆਰ ਟੂ ਬੀ ਇਨਕਰਡ ਔਨ ਦੇਅਰ ਸਬਸਿਸਟੈਂਸ। ਦੇਖੋ ਜਦੋਂ ਇਹਨਾਂ ਕੈਟਲਸ ਵਗੈਰਾ ਨੂੰ ਰੱਖਣ ਦੇ ਲਈ ਬਹੁਤ ਜ਼ਿਆਦਾ ਸਾਨੂੰ ਮਨੀ ਦੀ ਲੋੜ ਸੀ, ਜਿਹੜਾ ਕਿ ਉਸ ਟਾਈਮ 'ਤੇ ਇਨਵੈਂਟ ਨਹੀਂ ਕੀਤਾ ਗਿਆ ਸੀ। ਜਦੋਂ ਇਹ ਇਨਵੈਂਟ ਨਹੀਂ ਸੀ ਤਾਂ ਇਹਨਾਂ ਚੀਜ਼ਾਂ ਦੀ ਇਹਨਾਂ ਸਾਰੇ ਕਾਰਨਾਂ ਕਰਕੇ ਅਸੀਂ ਬਾਰਟਰ ਸਿਸਟਮ ਨੂੰ ਬੰਦ ਕੀਤਾ ਕਿ ਅਸੀਂ ਪੈਰੀਸ਼ੇਬਲ ਗੁੱਡਸ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਸੀ, ਵਸਤੂਆਂ ਦੀ ਕੁਆਲਿਟੀ ਦੇ ਵਿੱਚ ਵੀ ਕਮੀ ਆਉਂਦੀ ਜਾਂਦੀ ਸੀ ਅਤੇ ਜ਼ਿਆਦਾ ਸਪੇਸ ਚਾਹੀਦੀ ਸੀ ਅਤੇ ਉਹਨਾਂ ਨੂੰ ਜ਼ਿਆਦਾ ਖਰਚ ਵੀ ਕਰਨਾ ਪੈਣਾ ਸੀ। ਇਹ ਵੀ ਕਾਰਨ ਹੈ ਕਿ ਅਸੀਂ ਬਾਰਟਰ ਸਿਸਟਮ ਨੂੰ ਬੰਦ ਕੀਤਾ। ਨੈਕਸਟ, ਡਿਫੀਕਲਟੀ ਆਫ ਟਰਾਂਸਫਰ ਆਫ ਵੈਲਿਊ। ਮੁੱਲ ਦਾ ਹਸਤਾਂਤਰਣ ਕਰਨ ਦੇ ਵਿੱਚ ਵੀ ਮੁਸ਼ਕਿਲ ਆਉਂਦੀ ਸੀ। ਟਰਾਂਸਫਰ ਆਫ ਵੈਲਿਊ ਆਫ ਗੁੱਡਸ ਫਰੋਮ ਵਨ ਪਲੇਸ ਟੂ ਦਾ ਅਦਰ ਇਜ਼ ਵੈਰੀ ਡਿਫੀਕਲਟ। ਅਸੀਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਹੀਂ ਲਿਜਾ ਸਕਦੇ ਸੀ। ਇਨ ਬਾਰਟਰ ਸਿਸਟਮ ਮਨੀ, ਬੈਂਕ ਅਕਾਊਂਟਸ, ਡਿਪੋਜ਼ਿਟਸ, ਚੈੱਕ ਐਕਸੈਟਰਾ ਆਰ ਨਾਟ ਐਕਸਿਸਟੈਂਸ।
You can very well imagine that what kind of life would be there in the absence of these facilities। ਕਿਉਂਕਿ ਆਪਾਂ ਗੁੱਡਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਲਿਜਾ ਸਕਦੇ ਸੀ, ਜਾਂ ਅਸੀਂ ਜੇ ਇੱਕ ਥਾਂ ਤੇ ਪੇਮੈਂਟ ਨਹੀਂ ਆਪਾਂ ਘਰੇ ਰਹਿ ਕੇ ਜਾਂ ਇੱਕ ਥਾਂ ਤੋਂ ਬਹੁਤ ਦੂਰ ਤੱਕ ਪੇਮੈਂਟ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਅੱਜ ਕੱਲ੍ਹ ਕਰ ਸਕਦੇ ਹਾਂ। ਕਿਉਂਕਿ ਆਪਣੇ ਕੋਲ ਅੱਜ ਕੱਲ੍ਹ ਬਹੁਤ ਜ਼ਿਆਦਾ ਜਿੱਦਾਂ ATM ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਆਪਾਂ ਕਿਤੇ ਵੀ ਪੇਮੈਂਟ ਕਰ ਸਕਦੇ ਹਾਂ। ਉਸ ਟਾਈਮ 'ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਲੈਕ ਸੀ, ਕਮੀ ਪਾਈ ਜਾਂਦੀ ਸੀ, ਜਿਹਦੇ ਕਰਕੇ ਅਸੀਂ ਵੈਲਿਊ ਨੂੰ ਟਰਾਂਸਫਰ ਨਹੀਂ ਕਰ ਸਕਦੇ ਸੀ। ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਸ ਟਾਈਮ 'ਤੇ ਕਿੱਦਾਂ ਦੀ ਲਾਈਫ ਸੀ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਐਬਸੈਂਸ ਸੀ, ਇਹ ਸਾਰੀਆਂ ਚੀਜ਼ਾਂ ਹੋਂਦ ਵਿੱਚ ਨਹੀਂ ਆਈਆਂ ਸੀ। ਤਾਂ ਕਰਕੇ ਬਾਰਟਰ ਸਿਸਟਮ ਨੂੰ ਬੰਦ ਕੀਤਾ ਗਿਆ, ਕਿਉਂਕਿ ਉਸ ਟਾਈਮ 'ਤੇ ਇਹ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਗੁੱਡ ਮਾਰਨਿੰਗ ਸਟੂਡੈਂਟਸ, ਟੁਡੇ ਵੀ ਡੂ ਨੈਕਸਟ ਟੌਪਿਕ ਮਨੀ, ਡੈਫੀਨੇਸ਼ਨਸ ਆਫ ਮਨੀ। ਮਨੀ ਦੀਆਂ ਅਲੱਗ-ਅਲੱਗ ਪਰਿਭਾਸ਼ਾਵਾਂ। ਸਭ ਤੋਂ ਪਹਿਲਾਂ ਆਪਾਂ ਮੀਨਿੰਗ ਰੀਡ ਕਰਾਂਗੇ। ਮੀਨਿੰਗ, ਮਨੀ ਵਾਜ਼ ਇੰਟਰੋਡਿਊਸਡ ਇਨਟੂ ਦ ਇਕੋਨਮੀ ਐਜ਼ ਅ ਮੀਡੀਅਮ ਆਫ ਐਕਸਚੇਂਜ। ਮਨੀ ਨੂੰ ਕਿਸ ਤਰੀਕੇ ਨਾਲ ਜਾਣਿਆ ਜਾਂਦਾ ਹੈ ਕਿ ਇਹਨੂੰ ਵਟਾਂਦਰੇ ਦੇ ਮਾਧਿਅਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। Accordingly, anything that serves as a medium of exchange becomes eligible to be called money। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਵਸਤੂ ਜਿਹੜੀ ਕਿ ਸਾਨੂੰ ਵਟਾਂਦਰੇ ਦੇ ਲਈ ਐਲੀਜੀਬਲ ਹੋਗੀ, ਉਹ ਕੀ ਹੋਗੀ? ਮਨੀ। ਜਿਸ ਚੀਜ਼ ਦੇ ਨਾਲ ਅਸੀਂ ਕਿਸੇ ਵੀ ਵਸਤੂ ਦਾ ਵਟਾਂਦਰਾ ਕਰ ਸਕਦੇ ਹਾਂ, ਵਸਤੂ ਨੂੰ ਖਰੀਦ ਸਕਦੇ ਹਾਂ, that is called money। Definition, according to Crowther, ਕਰਾਊਥਰ ਦੇ ਅਕੋਰਡਿੰਗ ਕੀ ਹੈ? ਮਨੀ ਕੈਨ ਬੀ ਐਨੀਥਿੰਗ। ਮਨੀ ਉਹ ਚੀਜ਼ ਹੋ ਸਕਦੀ ਹੈ ਡੈਟ ਇਜ਼ ਜਨਰਲੀ ਅਸੈਪਟਿਡ ਐਜ਼ ਅ ਮੀਨਸ ਆਫ ਐਕਸਚੇਂਜ, ਜਿਹਨੂੰ ਕਿ ਵਟਾਂਦਰੇ ਦੇ ਲਈ ਅਸੈਪਟ ਕੀਤਾ ਜਾਂਦਾ ਹੈ, ਵਸਤੂ ਨੂੰ ਆਪਣੀ ਬਣਾਉਣ ਦੇ ਲਈ ਅਸੈਪਟ ਕੀਤਾ ਜਾਂਦਾ ਹੈ, ਐਂਡ ਐਟ ਦਾ ਸੇਮ ਟਾਈਮ ਐਕਟਸ ਐਜ਼ ਅ ਮੈਜ਼ਰ ਐਂਡ ਐਜ਼ ਅ ਸਟੋਰ ਆਫ ਵੈਲਿਊ। ਅਤੇ ਉਸੇ ਟਾਈਮ ਜਦੋਂ ਅਸੀਂ ਐਕਸਚੇਂਜ ਕਰਾਂਗੇ, ਵਸਤੂ ਨੂੰ ਖਰੀਦਾਂਗੇ, ਤਾਂ ਉਸ ਜਿਸ ਚੀਜ਼ ਦੇ ਨਾਲ ਖਰੀਦਣਾ ਉਹਨੂੰ ਮਾਪਿਆ ਜਾ ਸਕਦਾ ਹੈ ਅਤੇ ਉਹਨੂੰ ਸਟੋਰ ਕਰਕੇ ਵੀ ਰੱਖਿਆ ਜਾ ਸਕਦਾ, ਉਹਨੂੰ ਸੇਵ ਕਰਕੇ ਵੀ ਰੱਖਿਆ ਜਾ ਸਕਦਾ ਉਹਦੇ ਮੁੱਲ ਨੂੰ। ਠੀਕ ਹੈ। ਨੈਕਸਟ, ਲੀਗਲ ਡੈਫੀਨੇਸ਼ਨ ਆਫ ਮਨੀ। ਲੀਗਲੀ, ਮਨੀ ਇਜ਼ ਐਨੀਥਿੰਗ ਪ੍ਰੋਕਲੇਮਡ ਬਾਏ ਲਾਅ। ਕਾਨੂੰਨੀ ਤੌਰ 'ਤੇ ਇਹਦੀ ਪਰਿਭਾਸ਼ਾ ਕੀ ਹੈ ਕਿ ਮਨੀ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਕਿ ਕਾਨੂੰਨ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ ਐਜ਼ ਅ ਮੀਡੀਅਮ ਆਫ ਐਕਸਚੇਂਜ, ਤਾਂ ਕਿ ਅਸੀਂ ਵਟਾਂਦਰਾ ਕਰ ਸਕੀਏ, ਕਿਸੇ ਵੀ ਚੀਜ਼ ਨੂੰ ਆਪਣੀ ਬਣਾ ਸਕੀਏ, ਖਰੀਦ ਸਕੀਏ। ਮਨੀ ਨੂੰ ਗੌਰਮੈਂਟ ਦੇ ਵੱਲੋਂ ਲੀਗਲੀ ਪ੍ਰੋਕਲੇਮਡ ਕੀਤਾ ਗਿਆ, ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ। ਦੇਖੋ, ਪੇਪਰ ਨੋਟਸ ਐਂਡ ਕੋਇਨਸ ਇਜ਼ ਮਨੀ ਐਜ਼ ਅ ਮੈਟਰ ਆਫ ਲਾਅ। ਕਾਨੂੰਨ ਦੇ ਅਨੁਸਾਰ ਕਾਗਜ਼ੀ ਨੋਟ ਨੇ ਅਤੇ ਜਿੰਨੇ ਵੀ ਸਿੱਕੇ ਨੇ ਉਹ ਕਿਹਦੇ 'ਚ ਆਉਂਦੇ ਨੇ? ਮਨੀ ਦੇ ਵਿੱਚ, ਐਜ਼ ਅ ਮਨੀ ਅਸੈਪਟ ਕੀਤੇ ਜਾਂਦੇ ਨੇ, ਕਾਨੂੰਨ ਵੱਲੋਂ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। Nobody can refuse its acceptance as medium of exchange। ਜਦੋਂ ਵੀ ਅਸੀਂ ਕਿਸੇ ਵਸਤੂ ਦਾ ਵਟਾਂਦਰਾ ਕਰਨਾ ਹੈ, ਕਿਸੇ ਵਸਤੂ ਨੂੰ ਖਰੀਦਣਾ ਹੈ, ਤਾਂ ਕੋਈ ਵੀ ਵਿਅਕਤੀ ਇਹਨੂੰ ਲੈਣ ਤੋਂ ਮਨਾ ਨਹੀਂ ਕਰ ਸਕਦਾ, ਮਨੀ ਨੂੰ ਲੈਣ ਤੋਂ ਮਨਾ ਨਹੀਂ ਕਰ ਸਕਦਾ। ਇਟ ਇਜ਼ ਅ ਲੀਗਲ ਟੈਂਡਰ, ਕਿਉਂਕਿ ਇਹਨੂੰ ਕਾਨੂੰਨ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਕਰੰਸੀ ਇਜ਼ ਆਲਸੋ ਕਾਲਡ ਫੇਟ ਮਨੀ। ਜਿਹੜੀ ਸਾਡੀ ਕਰੰਸੀ ਹੈ, ਸਾਡੀ ਮਨੀ ਹੈ, ਉਹਨੂੰ ਫੇਟ ਮਨੀ ਵੀ ਕਿਹਾ ਜਾਂਦਾ ਹੈ, FIAT, ਫੇਟ ਮਨੀ, ਬਿਕੋਜ਼ ਇਟ ਕਮਾਂਡਸ ਫੇਟ ਆਰਡਰ ਅਥਾਰਟੀ ਆਫ ਦਾ ਗਵਰਨਮੈਂਟ। ਕਿਉਂਕਿ ਇਹਨੂੰ ਗਵਰਨਮੈਂਟ ਦੇ ਦੁਆਰਾ ਇੱਕ ਕਮਾਂਡ ਦਿੱਤੀ ਗਈ ਹੈ, ਇੱਕ ਆਰਡਰ ਦਿੱਤਾ ਗਿਆ ਹੈ ਕਿ ਇਹਨੂੰ ਕੋਈ ਵੀ ਵਿਅਕਤੀ ਇਹਨੂੰ ਦੇ ਕੇ ਕਿਸੇ ਵੀ ਵਸਤੂ ਨੂੰ ਖਰੀਦ ਸਕਦਾ ਹੈ। ਠੀਕ ਹੈ। ਕਾਨੂੰਨ ਵੱਲੋਂ ਪ੍ਰਵਾਨਗੀ ਹੋਣ ਕਰਕੇ ਹੀ ਇਹਨੂੰ ਕੀ ਕਿਹਾ ਜਾਂਦਾ ਹੈ? ਫੇਟ ਮਨੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਗਵਰਨਮੈਂਟ ਵੱਲੋਂ ਇੱਕ ਆਰਡਰ ਦਿੱਤਾ ਗਿਆ। ਠੀਕ ਹੈ। ਨੈਕਸਟ, ਫੰਕਸ਼ਨਲ ਡੈਫੀਨੇਸ਼ਨ ਆਫ ਮਨੀ। ਫੰਕਸ਼ਨਲ ਡੈਫੀਨੇਸ਼ਨ ਆਫ ਮਨੀ ਰੈਫਰਸ ਟੂ ਮਨੀ ਐਜ਼ ਐਨੀਥਿੰਗ that performs 4 basic functions। ਦੇਖੋ, ਫੰਕਸ਼ਨਲ ਡੈਫੀਨੇਸ਼ਨ ਦੇ ਵਿੱਚ ਮਨੀ ਉਸ ਚੀਜ਼ ਨੂੰ ਕਿਹਾ ਜਾਊਗਾ ਜਿਹੜੀ 4 ਤਾਂ ਇਹ ਬੇਸਿਕ ਕੰਮ ਕਰੂਗੀ। ਕਿਹੜੇ ਕਿਹੜੇ ਬੇਸਿਕ ਕੰਮ ਨੇ? ਇਟ ਸਰਵਸ ਐਜ਼ ਅ ਮੀਡੀਅਮ ਆਫ ਐਕਸਚੇਂਜ, ਜਿਹੜੀ ਕਿ ਵਟਾਂਦਰਾ ਕਰਨ ਦੇ ਵਿੱਚ ਹੈਲਪਫੁਲ ਹੋਊਗੀ। ਇਟ ਸਰਵਸ ਐਜ਼ ਅ ਸਟੈਂਡਰਡ ਯੂਨਿਟ ਆਫ ਵੈਲਿਊ, ਜਿਹੜੀ ਕਿ ਉਹਦੀ ਸਟੈਂਡਰਡ ਯੂਨਿਟ ਦੇ ਮੁੱਲ ਨੂੰ ਦੱਸੂਗੀ, ਕਿਸੇ ਵਸਤੂ ਦੇ ਸਟੈਂਡਰਡ ਮੁੱਲ ਨੂੰ ਦੱਸੂਗੀ, ਉਹਨੂੰ ਵੀ ਅਸੀਂ ਮਨੀ ਦੇ ਤੌਰ 'ਤੇ ਅਸੈਪਟ ਕਰ ਸਕਦੇ ਹਾਂ। ਇਟ ਸਰਵਸ ਐਜ਼ ਅ ਮੀਨ ਫਾਰ ਫਿਊਚਰ ਔਰ ਸਟੈਂਡਰਡ ਆਫ ਡੈਫਰਡ ਪੇਮੈਂਟਸ, ਜਿਹੜੀ ਕਿ ਇੱਦਾਂ ਦੀ ਚੀਜ਼ ਜਿਹਦੇ ਨਾਲ ਅਸੀਂ ਫਿਊਚਰ ਦੇ ਵਿੱਚ ਪੇਮੈਂਟ ਕਰ ਸਕਦੇ ਹੋਈਏ, ਉਹਨੂੰ ਵੀ ਐਜ਼ ਅ ਮੀਡੀਅਮ ਆਫ ਐਕਸਚੇਂਜ ਦੇ ਤੌਰ 'ਤੇ ਮਨੀ ਨੂੰ ਅਸੈਪਟ ਕੀਤਾ ਜਾਊਗਾ।
फोर्थ इट सर्व्स एज अ स्टोर ऑफ वैल्यू, तो वो चीज़ जिन्हों असी बचा के भी रख सकते हैं वो भी मनी कहाओगी। मनी इनकलूड्स बोथ नोट्स एंड कॉइनस एज वैल एज चैकेबल डिपॉजिट्स विद द बैंक्स। देखो मनी दे विच की चीज़ां इंकलूड ने, पेपर नोट इंकलूड ने ते कॉइनस इंकलूड ने, ते नाल ही चैकेबल डिपॉजिट्स, जिन्ने भी चैक असी डिपॉजिट करवाने हैं बैंक दे विच, टाइम डिपॉजिट्स डिमांड डिपॉजिट्स करवाने हैं वो भी मनी दे विच ही इंकलूड किए जाते हैं। फंक्शनल डेफिनेशन दे विच की है, फस्ट आप की कहांगे कि जिन्हों आप मीडियम के तौर पर, मीडियम ऑफ एक्सचेंज के तौर पर एक्सैप्ट करते हैं, जे वो चीज़ जिहड़ी कि वटांदरे के माध्यम के तौर पर यूज़ की जाती है। दूजा जिन्हों के मुੱਲ ਨੂੰ ਅਸੀਂ माप सकते हैं। तीसरा कि जिहदे नाल असीं फ्यूचर के भविख दे विच भुगतान कर सकते हैं। चौथा की है जिहदे नाल असीं उहदी मुੱਲ ਨੂੰ स्टोर करके सेव करके रख सकते हैं। तो मनी दे विच की चीज़ां आउंदियां, पेपर नोट्स एंड कॉइनस एंड चैकेबल डिपॉजिट्स। नैक्सट, नैरो एंड ब्रॉड डेफिनेशन ऑफ मनी। फर्स्ट, functional definition of money is a narrow definition of money. It includes only notes, coins and demand deposits as money. देखो जो आप पिछली वीडियो दे विच फंक्शनल डेफिनेशन रीड की सी कि ओनू की किया जाता है, वो केड़ी डेफिनेशन है, नैरो डेफिनेशन है। फंक्शनल डेफिनेशन इज़ आल्सो कॉल्ड नैरो डेफिनेशन ऑफ मनी, क्योंकि ये विच आपां की लैने, नोट्स लैने, कॉइनस लैने एंड डिमांड डिपॉजिट्स कर लैने। ठीक है, लोगों की मंग जमा जिहड़े कमर्शियल बैंक दे विच लोग डिपॉजिट करवाते हैं, पब्लिक वालों जो कमर्शियल बैंक्स दे विच डिपॉजिट करवाया जाता है उन्होंने भी आपां फंक्शनल डेफिनेशन ऑफ मनी दे विच इंकलूड करते हैं। नैक्सट, अ ब्रॉड डेफिनेशन ऑफ मनी आल्सो इंकलूड्स टाइम डिपॉजिट्स, टाइम डिपॉजिट्स या टर्म डिपॉजिट या फिक्सड डिपॉजिट्स विद द बैंक्स और पोस्ट ऑफिस एज अ कंपोनेंट ऑफ मनी। ब्रॉड डेफिनेशन दे विच की इंकलूड किया जाता है, ये नोट्स, कॉइनस ते डिमांड डिपॉजिट्स के नाल नाल फिक्स डिपॉजिट जिहड़े असीं समय समय ते एक फिक्स टाइम के लिए डिपॉजिट करवा दिंदे हैं बैंकां दे विच जां पोस्ट ऑफिस दे विच सेव करवाए जाते हैं, उन्होंने भी ये इंकलूड किया। जदों ये दो चीज़ां इंकलूड हो गई तो ये मनी की किहड़ी डेफिनेशन होगी, ब्रॉड डेफिनेशन, ब्रॉड कंसैप्ट हो गया मनी का। ठीक है, देखो फॉर्मूला अकॉर्डिंग टू नैरो डेफिनेशन ऑफ मनी, मनी इज इक्वल्स टू करंसी प्लस डिमांड डिपॉजिट। करंसी दे विच की आ जाऊगा, नोट्स प्लस कॉइनस एंड डिमांड डिपॉजिट्स। ब्रॉड डेफिनेशन दे विच की आ गया, मनी एसेट्स आ गए, नियर मनी एसेट्स आ गई, रेफरिंग टू एसेट्स विच कैन बी कन्वर्टेड इनटू मनी ऑन द शॉर्ट नोटिस। ठीक है, देखो ये मनी एसेट्स मीनस नोट्स आ गए, कॉइनस आ गए एंड डिमांड डिपॉजिट आ गए। उस तो बाद ये जिदा चैक आ गए जिन्होंने असी ईजली कन्वर्ट कर सकते हैं इन द फॉर्म ऑफ मनी। ठीक है, नैक्सट आप करना मनी वैल्यू ऑफ मनी। मुद्रा का मौद्रिक मुੱਲ की हुंदा, इट रेफर्स टू वट इज़ इंस्क्राइब्ड ऑन अ कॉइन और रिटन ऑन अ पेपर नोट। ये किस चीज़ नूं रैफर करता है कि जिहड़ा कॉइन है या पेपर नोट है उहदे ते कितनी वैल्यू लिखी गई है। दस मनी वैल्यू ऑफ अ पेपर नोट इज़ वट इज़ प्रिंटिड ऑन इट। इस करके मनी वैल्यू की होगी, मुद्रा का मौद्रिक मुੱਲ की होगा कि जो कितना मुੱਲ उस चीज़ से प्रिंट किया गया। फॉर एग्जाम्पल 100 रुपये के नोट पर 100 लिखा होंगे एंड 500 रुपये के नोट पर 500 लिखा होंगे। ठीक है, जो चीज़ कॉइन्स या नोट के ऊपर प्रिंट होगी डैट इज़ कॉल्ड मनी वैल्यू ऑफ मनी। नैक्सट, कॉमोडिटी वैल्यू ऑफ मनी, इट रेफर्स टू द वैल्यू ऑफ अ थिंग द मनी इज़ मेड ऑफ। मुद्रा का वस्तु मुੱਲ की है, ये वो है कि जिहड़ी जो मनी है, जो कॉइन है वो किस कॉमोडिटी तो बनिया, उहदा मुੱਲ किन्ना। ठीक है, जो कॉइन है जिस धात का बनिया उहदा मुੱਲ किन्ना। दस इफ अ कॉइन आर मेड ऑफ गोल्ड और सिल्वर, मान लो कि एक कॉइन गोल्ड या सिल्वर का बनिया, सो कॉमोडिटी वैल्यू ऑफ मनी रेफर्स टू द मार्केट वैल्यू ऑफ द गोल्ड और सिल्वर कंटेन्ड इन द कॉइन। तो उस गोल्ड या सिल्वर कॉइन की कॉमोडिटी वैल्यू की होगी कि उहदी मार्केट दे विच जो उस कॉइन दे विच वो कॉइन दे विच गोल्ड या सिल्वर पाया जाता है उहदी मार्केट वैल्यू कितनी है कि जिन्ना उहदे च गोल्ड या सिल्वर पाया गया उहदा बाजार मुੱਲ की है, बाजार दे विच उहदा कितना मुੱਲ हैगा वो उहदी की होगी कॉमोडिटी वैल्यू ऑफ मनी। ओके,
ਨੈਕਸਟ ਕਲਾਸੀਫਿਕੇਸ਼ਨ ਆਫ ਮਨੀ ਕਿ ਮਨੀ ਨੂੰ ਅਸੀਂ ਕਿਹੜੇ ਕਿਹੜੇ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਦੇਰ ਆਰ 3 ਟਾਈਪਸ ਆਫ ਮਨੀ, 3 ਟਾਈਪ ਨੇ ਉਹਦੀਆਂ, 3 ਕਿਸਮਾਂ ਨੇ। ਫਸਟ ਫੁੱਲ ਬॉयडेड ਮਨੀ, it refers to money in terms of coins whose commodity value is equal to the money value as and when these are issued। देखो फुल बॉयडेड मनी ਦੇ ਵਿੱਚ coins ਲਏ ਜਾਂਦੇ ਨੇ ਤੇ ਉਹ coins ਲਏ ਜਾਂਦੇ ਨੇ ਜਿਨ੍ਹਾਂ ਦੀ commodity value ਕਿਹਦੇ ਇਕੁਅਲ ਹੋਊਗੀ, ਮਨੀ ਵੈਲਿਊ ਦੇ ਇਕੁਅਲ ਹੋਊਗੀ ਜਦੋਂ ਉਹਨਾਂ ਨੂੰ ਕੀ ਕੀਤਾ ਜਾਊਗਾ, ਇਸ਼ੂ ਕੀਤਾ ਜਾਊਗਾ। ਠੀਕ ਹੈ, ਜਦੋਂ ਉਹਨਾਂ ਨੂੰ ਇਸ਼ੂ ਕੀਤਾ ਜਾਊਗਾ ਤਾਂ ਉਸ ਟਾਈਮ ਤੇ ਉਹਦੀ commodity value मनी वैल्यू दे इक्वल होगी। एग्जाम्पल आ रूपी कॉइन ड्यूरिंग द ब्रिटिश पीरियड इन इंडिया वाज मेड ऑफ सिल्वर। ਜਦੋਂ ਬ੍ਰਿਟਿਸ਼ ਦਾ ਰਾਜ ਸੀਗਾ, ਬ੍ਰਿਟਿਸ਼ ਰਾਜ ਦੇ ਵਿੱਚ ਭਾਰਤ ਦਾ ਜੋ 1 ਰੁਪਏ ਦਾ ਸਿੱਕਾ ਸੀ ਉਹ ਸਿਲਵਰ ਦਾ ਬਣਿਆ ਹੁੰਦਾ ਸੀ। ਕਮੋਡਿਟੀ ਵੈਲਿਊ ਆਫ ਕੋਇਨ ਵਾਜ਼ ਇਕੁਅਲ ਟੂ ਇਟਸ ਮਨੀ ਵੈਲਿਊ ਐਟ ਦਾ ਟਾਈਮ ਆਫ ਇਟਸ ਇਸ਼ੂਇੰਗ। ਤਾਂ ਇਹਦੇ ਵਿੱਚ ਜੋ ਸਿਲਵਰ ਦੀ ਕੁਆਂਟਿਟੀ ਪਾਈ ਜਾਂਦੀ ਸੀ ਉਹ ਉਹਦੀ ਮਨੀ ਵੈਲਿਊ ਦੇ ਇਕੁਅਲ ਹੁੰਦੀ ਸੀ, ਮਾਰਕੀਟ ਵੈਲਿਊ ਦੇ ਇਕੁਅਲ ਹੁੰਦੀ ਸੀ ਜਦੋਂ ਉਹਨੂੰ ਇਸ਼ੂ ਕੀਤਾ ਜਾਂਦਾ ਸੀ। The market value of the silver contained in the coin was equal to ₹1। ਤਾਂ ਜੋ 1 ਰੁਪਏ ਦਾ ਕੋਇਨ ਹੁੰਦਾ ਸੀ ਉਹਦੇ ਵਿੱਚ ਜੋ ਸਿਲਵਰ ਪਾਇਆ ਜਾਂਦਾ ਸੀ ਉਹ 1 ਰੁਪਏ ਦੇ ਇਕੁਅਲ ਹੀ ਪਾਇਆ ਜਾਂਦਾ ਸੀ, ਉਹ ਤੋਂ ਵੱਧ ਮੁੱਲ ਦਾ ਨਹੀਂ ਪਾਇਆ ਜਾਂਦਾ ਸੀ। ਜੇ ਉਹ ਤੋਂ ਵੱਧ ਮੁੱਲ ਦਾ ਹੁੰਦਾ ਤਾਂ ਇਹਦਾ ਨੁਕਸਾਨ ਹੋਣਾ ਸੀ। ਓਕੇ, next representative full voided money। representative full voided money, it refers to paper notes as representative of full voided money। ਇਸ ਦੇ ਵਿੱਚ ਕੀ ਲਏ ਜਾਂਦੇ, ਪੇਪਰ ਨੋਟ ਲਏ ਜਾਂਦੇ ਨੇ। such as paper notes are in fact like a receipt issued by the government for full voided coins। ਦੇਖੋ ਇਹਦੇ ਵਿੱਚ ਪੇਪਰ ਨੋਟਸ ਤਾਂ ਲਏ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਅਸੀਂ ਕਾफ़ी ਵੱਡਾ ਲੈਣ ਦੇਣ ਕਰ ਸਕਦੇ ਸੀ ਇਹਦੇ ਨਾਲ, ਇਸ ਕਰਕੇ ਇਹਨੂੰ ਇਹ ਇੱਕ ਰਿਪਰੈਜ਼ੈਂਟੇਸ਼ਨ ਕਰਦੇ ਨੇ ਕਿਸੇ ਵੀ ਨੋਟ ਨੂੰ। ਜਿੱਦਾਂ ਨੋਟ ਦੇ ਉੱਪਰ ਪ੍ਰਿੰਟ ਕੀਤਾ ਜਾਂਦਾ ਤਾਂ ਉਹਨੂੰ ਰਿਪਰੈਜ਼ੈਂਟ ਕਰਦੇ ਨੇ, ਇਸ ਕਰਕੇ ਇਹਨੂੰ ਰਿਪਰੈਜ਼ੈਂਟੇਟਿਵ ਫੁੱਲ ਬॉयडेड ਮਨੀ ਕਿਹਾ ਜਾਂਦਾ ਹੈ। ਨੈਕਸਟ ਟਾਈਪ ਕ੍ਰੈਡਿਟ ਮਨੀ। ਕ੍ਰੈਡਿਟ ਮਨੀ ਇਟ ਰੈਫਰਸ ਟੂ ਡੈਟ ਮਨੀ ਆਫ ਵਿਚ ਮਨੀ ਵੈਲਿਊ ਇਜ਼ ਮੋਰ ਦੈਨ ਕਮੋਡਿਟੀ ਵੈਲਿਊ। ਦੇਖੋ ਕ੍ਰੈਡਿਟ ਮਨੀ ਕੀ ਹੈ, ਜਿਹਦੀ ਮਨੀ ਵੈਲਿਊ ਕੀ ਹੋਊਗੀ, ਮੋਰ ਦੈਨ ਕਮੋਡਿਟੀ ਵੈਲਿਊ। ਉਹਦਾ ਮੌਦਰਿਕ ਮੁੱਲ ਉਹਦੇ ਵਸਤੂ ਦੇ ਮੁੱਲ ਤੋਂ ਵੱਧ ਹੋਊਗਾ। ਐਗਜ਼ਾਮਪਲ, ਵਟ ਇਜ਼ ਦਾ ਮਾਰਕੀਟ ਵੈਲਿਊ ਆਫ ਮੈਟਲ ਡੈਟ ਦਾ ਰੂਪੀ ਕੋਇਨ ਇਜ਼ ਮੇਡ ਆਫ ਇਨ ਇੰਡੀਆ। ਦੇਖੋ ਆਪਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਭਾਰਤ ਦਾ 1 ਰੁਪਏ ਦਾ ਸਿੱਕਾ ਹੈ ਉਹਦਾ ਬਾਜ਼ਾਰ ਮੁੱਲ ਕਿੰਨਾ ਹੈ। ਓਬਵੀਅਸਲੀ ਮਚ ਲੋਅਰ ਦੈਨ ਦਾ ਮਨੀ ਵੈਲਿਊ ਆਫ ਦਾ ਰੂਪੀ ਕੋਇਨ। ਦੇਖੋ ਉਹਦਾ ਜਿਹੜਾ ਬਾਜ਼ਾਰ ਮੁੱਲ ਹੈ ਉਹ ਕੀ ਹੋਊਗਾ, ਘੱਟ ਹੋਊਗਾ। ਠੀਕ ਹੈ, ਘੱਟ ਹੋਊਗਾ। ਅਦਰਵਾਈਜ਼ ਪੀਪਲ ਵੁੱਡ ਹੈਵ ਮੈਲਟਡ ਕੋਇਨਸ ਐਂਡ ਸੋਲਡ ਦਾ ਮੈਟਲ ਇਨ ਦਾ ਮਾਰਕੀਟ ਐਟ ਦਾ ਪ੍ਰਾਈਸ ਹਾਇਰ ਦੈਨ 1 ਰੁਪੀ। ਤਾਂ ਜੇ ਮੰਨ ਲਓ ਉਹਦਾ ਬਾਜ਼ਾਰ ਮੁੱਲ ਵੱਧ ਹੁੰਦਾ ਤੇ ਉਹਦਾ ਵਸਤੂ ਦਾ ਜੋ ਉਹਦੇ ਵਿੱਚ ਵਸਤੂ ਪਾਈ ਜਾਂਦੀ ਉਹਦਾ ਮੁੱਲ ਬਹੁਤ ਜ਼ਿਆਦਾ ਘੱਟ ਹੁੰਦਾ ਤੇ ਦੋਨੋਂ ਇਕੁਅਲ ਨਾ ਹੁੰਦੇ ਤਾਂ ਉਹਨਾਂ 'ਚ ਵੱਧ ਘੱਟ ਪਾਇਆ ਜਾਂਦਾ ਤਾਂ ਉਹਦੇ ਨਾਲ ਕੀ ਹੋਣਾ ਸੀਗਾ, ਤਾਂ ਲੋਕਾਂ ਨੇ ਉਸ ਰੁਪਏ ਨੂੰ ਮੈਲਟ ਕਰਕੇ ਹੀ ਵੇਚਣਾ ਸ਼ੁਰੂ ਕਰ ਦੇਣਾ ਸੀ। ਠੀਕ ਹੈ, ਜੇ ਉਹਦਾ ਕਮੋਡਿਟੀ ਵੈਲਿਊ ਜ਼ਿਆਦਾ ਹੁੰਦੀ ਬਾਜ਼ਾਰ ਮੁੱਲ ਦੇ ਨਾਲੋਂ, ਮਾਰਕੀਟ ਵੈਲਿਊ ਦੇ ਨਾਲੋਂ, ਤਾਂ ਲੋਕਾਂ ਨੇ ਕੀ ਕਰਨਾ ਸੀ, 1 ਰੁਪਏ ਪਬਲਿਕ ਨੇ 1 ਰੁਪਏ ਕੋਇਨ ਨੂੰ ਮੈਲਟ ਕਰਕੇ ਉਹਨੂੰ ਸੇਲ ਕਰਨਾ ਸਟਾਰਟ ਕਰ ਦੇਣਾ ਸੀ। ਓਕੇ।